मतलब ਇਹਦੇ 'ਚ ਇਹ ਚੀਜ਼ ਵੀ ਦੱਸੀ ਜਾਂਦੀ ਹੈ ਵੀ ਇਹਦੇ 'ਚ ਮਤਲਬ ਥੱਲੇ ਸੁਰੰਗਾਂ ਇੰਡੀਆ ਵਗੈਰਾ ਜਾਂ ਕਿੱਥੇ ਅੱਗੇ ਪਿੱਛੇ ਜਾਂਦੀਆਂ ਨੇ। ਫਿਰ ਇਹ ਦੱਸਿਆ ਜਾਂਦਾ ਵੀ ਇਹਦੇ ਤੇ ਮਤਲਬ ਖਜ਼ਾਨਾ ਹੈ ਥੱਲੇ। ਕੁਝ ਉਹ ਲੋਕ ਕਹਿੰਦੇ ਨੇ ਵੀ ਇਹਦੇ ਵਿੱਚ ਮਤਲਬ ਬੰਦੇ ਸੁੱਟ ਕੇ ਸਜ਼ਾਵਾਂ ਦਿੰਦੇ ਸਨ। ਠੀਕ ਹੋ ਗਿਆ। ਫਿਰ ਇਹ ਵੀ ਦੱਸਿਆ ਜਾਂਦਾ ਵੀ ਪਹਿਲੇ ਜਿਸ ਬੂਟੇ ਵਗੈਰਾ ਅਤੇ ਰਸਤੇ ਨਹੀਂ ਹੁੰਦੇ ਸਨ, ਉਹਦੀ ਵਜ੍ਹਾ ਤੋਂ ਮਿਸਾਲ ਦੇ ਤੌਰ 'ਤੇ ਰਾਤ ਨੂੰ ਇਹਦੇ 'ਤੇ ਅੱਗ ਬਾਲਦੇ ਆ ਅਤੇ ਦੂਰ ਦੂਰ ਤੱਕ ਨਜ਼ਰ ਆਉਂਦਾ ਸੀ ਕਿ ਭਈ ਇਹ ਮਤਲਬ ਹੈ ਕਿ ਨਾ ਫਲਾਂ ਜਗ੍ਹਾ ਹੈ ਵੀ ਇਹ ਰਸਤਾ ਅਖਤਿਆਰ ਕਰੀਏ ਤਾਂ ਉਸ ਜਗ੍ਹਾ 'ਤੇ ਪਹੁੰਚ ਜਾਸਾਂ। ਦਿਨੇ ਸ਼ੀਸ਼ਾ ਲੱਗਦਾ ਸੀ ਵੀ ਸੂਰਜ ਦੀ ਮਤਲਬ ਹੈ ਕਿ ਚਮਕ ਵਜਣੀ ਤੇ ਪਤਾ ਲੱਗਣਾ ਕਿ ਫਲਾਂ ਜਗ੍ਹਾ ਹੈ। ਮੁਖਤਲਿਫ ਰਵਾਇਤਾਂ ਰਾਈਟ ਵੇ ਪਾਕਿਸਤਾਨ ਦੇ ਨਾਲ ਮੈਂ ਆ ਤੁਹਾਡਾ ਹੋਸਟ ਅਲੀ ਅਸਗਰ ਡੁੱਡੀ ਤੇ ਨਾਜ਼ਰੀਨ ਅੱਜ ਮੈਂ ਮੌਜੂਦ ਹਾਂ ਪਾਕਪਤਨ ਦਾ ਇਲਾਕਾ ਹੈ ਪਿੰਡ ਹੈ ਜਿਹਦਾ ਨਾਂ ਹੈ ਕੋਟ ਬਖਸ਼ਾ ਅਜੂਦਨ ਦਾ ਪਿੰਡ ਹੈ ਤੇ ਬਿਲਕੁਲ ਦਰਿਆਏ ਸਤਲੁਜ ਦੇ ਕੰਢੇ ਤੇ ਵਾਕਿਆ ਹੈ ਤੇ ਅਸੀਂ ਇੱਥੋਂ ਗੁਜ਼ਰ ਰਹੇ ਸਾਂ ਤਾਂ ਅਸੀਂ ਵੇਖਿਆ ਇੱਕ ਬੁਰਜਨੁਮਾ ਇੱਕ ਬਿਲਡਿੰਗ ਜਿਹੜੀ ਬਿਲਕੁਲ ਕੱਚੀਆਂ ਇੱਟਾਂ ਦੀ ਬਣੀ ਹੋਈ ਹੈ ਤੇ ਅਗਰ ਮੇਰਾ ਕੈਮਰਾਮੈਨ ਤੁਹਾਨੂੰ ਵਿਖਾਵੇ ਤਾਂ ਇਹ ਥੱਲੇ ਇੱਕ ਸੁਰੰਗਨੁਮਾ ਵੀ ਇੱਕ ਚੀਜ਼ ਹੈਗੀ ਹੈ ਜਿਸ ਦੇ ਅੰਦਰ ਬਿਲਕੁਲ ਅੰਧੇਰਾ ਹੈ ਤੇ ਇਸ ਦੇ ਬਾਰੇ ਦੇ ਵਿੱਚ ਤੇ ਅਸੀਂ ਪੁੱਛਾਂਗੇ ਇੱਥੋਂ ਦੇ ਜਿਹੜੇ ਰਹਿਸ਼ੀ ਨੇ ਇਸ ਪਿੰਡ ਦੇ ਕੋਟ ਬਖਸ਼ੇ ਦੇ ਉਹਨਾਂ ਕੋਲ ਪੁੱਛਾਂਗੇ ਕਿ ਇਹ ਕੀ ਚੀਜ਼ ਹੈ। ਇਹ ਸਾਰੀ ਕੱਚੀ ਇੱਟਾਂ ਦੀ ਬਣੀ ਹੋਈ ਹੈ ਤੇ ਸਾਨੂੰ ਇਹ ਵੀ ਪੁੱਛ ਪੈਂਦੀ ਹੈ ਕਿ ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ ਤੇ ਆਪਣੀ ਅਸਲ ਹਾਲਤ ਦੇ ਵਿੱਚ ਖੜੀ ਹੈ। ਇਹ ਕੀ ਚੀਜ਼ ਹੈ, ਇਹ ਕਿੰਨੇ ਬਣਾਈ ਸੀ, ਕਿੰਨੀ ਪੁਰਾਣੀ ਹੈ, ਇਹ ਅਸੀਂ ਇੱਥੋਂ ਦੇ ਰਹਿਸ਼ੀਆਂ ਤੋਂ ਪੁੱਛਾਂਗੇ ਤੇ ਆਓ ਚੱਲਦੇ ਹਾਂ ਤੇ ਚੱਲ ਤੇ ਕੋਟ ਬਖਸ਼ੇ ਦੇ ਰਹਿਸ਼ੀਆਂ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम। वालेकुम अस्सलाम। ਕੀ ਨਾਮ ਭਾਈ ਤੁਹਾਡਾ? मेरा नाम मोइन है जी। ਮਹੀਨ ਭਾਈ ਇੱਥੇ ਰਹਿੰਦੇ ਜੀ? जी ਇਹ ਜਿਹੜੀ ਆਪਣੇ ਪਿੱਛੇ ਬਿਲਡਿੰਗ ਹੈ हाँ जी ਕੱਚੀ जी जी ਬੁਰਜਨੁਮਾ ਇਹਨੂੰ ਕੀ ਕਹਿੰਦੇ ਨੇ? ਅਸੀਂ ਜੀ ਬੁਰਜ ਹੀ ਕਹਿੰਦੇ ਹਾਂ। ਤੁਸੀਂ ਵੀ ਇਹਨੂੰ ਬੁਰਜ ਹੀ ਕਹਿੰਦੇ? ਬੁਰਜ ਹੀ ਕਹਿੰਦੇ ਹਾਂ। ਕਿੰਨੀ ਕੁ ਪੁਰਾਣੀ ਹੋਣੀ ਹੈ ਤੁਹਾਡੇ ਖਿਆਲ ਦੇ ਮੁਤਾਬਕ? ਸਾਡੇ ਖਿਆਲ ਦੇ ਮਤਲਬ ਸਾਡੇ ਬਜ਼ੁਰਗ ਦੱਸਦੇ ਆ ਕਿ ਬਹੁਤ ਪੁਰਾਣਾ। ਯਾਨੀ ਕਿ ਤੁਹਾਡੇ ਬਜ਼ੁਰਗਾਂ ਤੋਂ ਵੀ ਹੋ ਸਕਦਾ ਪਹਿਲੇ ਦੀ ਹੋਵੇ। हाँ जी हाँ जी ਇਹਦਾ ਮਤਲਬ ਹੈ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ। जी जी पाकिस्तान बनने ਤੇ ਇਹ ਕਿਹਦੇ ਅੰਡਰ ਵਿੱਚ ਹੈ? ये फिलहाल तो फौज के अंडर है जी। ਸਰਕਾਰ ਦੇ ਅੰਡਰ? हाँ जी हाँ जी ਇਹਨੂੰ ਕਿਸੇ ਨੇ ਅਜੇ ਤੱਕ ਡੇਗਿਆ ਨਹੀਂ, नहीं ਨਾ ਡੇਗਣ ਦੀ ਕੋਸ਼ਿਸ਼ ਕੀਤੀ। कोशिश ही नहीं किसी करेगी। ਇਹ ਵਿੱਚ ਅਸੀਂ ਵੇਖ ਰਹੇ ਹਾਂ ਕਿ ਇੱਕ ਸੁਰੰਗ ਜੀ ਵੀ ਹੈ। जी जी सुरंग है, पता नहीं इनके की है की नहीं है, ਕੋਈ ਇਲਮ ਨਹੀਂ। कोई इलम नहीं है सानू जी। ਯਾਨੀ ਕਿ ਤੁਹਾਡੇ ਜੰਮਣ ਤੋਂ ਪਹਿਲੇ ਦੀ ਹੈ ਹਾਂਜੀ, ਹਾਂਜੀ। ਤੇ ਤੁਹਾਡੇ ਬਜ਼ੁਰਗਾਂ ਦੇ ਦੌਰ ਦੀ ਹੋ ਸਕਦਾ ਪਹਿਲੇ ਦੀ ਹੋਵੇ। हाँ जी हाँ जी बिल्कुल। ਇਹਨਾਂ ਕੋ ਤੁਹਾਨੂੰ ਪਤਾ ਹੈ? इस तो अगे नहीं, ਇਸ ਤੋਂ ਜ਼ਿਆਦਾ ਨਹੀਂ। नहीं पता जी। ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਖੌਫਨਾਕ ਆਵਾਜ਼ ਜਾਂ ਕੋਈ ਕਿਸੇ ਚੀਜ਼ ਇਹੋ ਜੀ ਚੀਜ਼ ਦੀ ਕੋਈ ਹੈ ਖਬਰ? नहीं जी फिलहाल सप वगैरह या उल्लू या चील वगैरह यो जी चीज़ां परिंदे वगैरह रहने। ਇਹ ਕਿੰਨੇ ਕੁ ਏਰੀਏ ਵਿੱਚ ਹੈ ਇੱਥੋਂ ਤੇ ਥੋੜੀ ਜਿਹੀ ਲੱਗ ਰਹੀ? 10 ਮਰਲੇ ਤਕਰੀਬਨ ਹੋਣਾ ਹੈ। 10 ਮਰਲੇ ਤੇ ਸਾਰੀ ਕੱਚੀ ਇੱਟਾਂ ਦੀ ਬਣੀ ਹੋਈ। ਹਾਂਜੀ ਫਿਲਹਾਲ ਇਹ ਉੱਤੇ ਇਹਦੇ ਨਾ ਜੀ ਉਹ ਪੱਕੀਆਂ ਇੱਟਾਂ ਵੀ ਲੱਗੀਆਂ ਹੋਈਆਂ ਨੇ ਗਾਰੇ ਨਾਲ ਤੇ ਇਹ ਖਰ ਗਿਆ ਹੈ, ਬਹੁਤ ਪੁਰਾਣਾ ਹੈ। ਬਜ਼ੁਰਗ ਦੱਸ ਇਸ ਤੋਂ ਜ਼ਿਆਦਾ ਏਰੀਆ ਚ ਆ। ਬਾਰਿਸ਼ ਬੁਰਸ਼ ਨਾਲ ਹੀ ਜਿਹੜਾ ਥੋੜਾ ਬਹੁਤਾ ਖੁਰ ਰਿਹਾ ਉਹ ਹੀ ਹੈ। ਹਾਂਜੀ ਸੈਲਾਬ ਵਗੈਰਹ ਇੱਥੇ ਨਹੀਂ ਆ ਸਕਦਾ, ਇਹ ਬਹੁਤ ਉੱਚੀ ਜਗ੍ਹਾ। ਬਹੁਤ ਉੱਚੀ ਹੈ। ਹਾਂਜੀ ਬਾਕੀ ਆਪਣੀ ਅਸਲੀ ਹਾਲਤ ਵਿੱਚ ਉਵੇਂ। ਹਾਂਜੀ ਅਸਲੀ ਹਾਲਤ ਚ। ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ। ਸਾਰੇ ਸਭ ਤੋਂ ਪਹਿਲੇ ਤਾਂ ਤੁਸੀਂ ਆਪਣਾ ਨਾਮ ਦੱਸੋ ਕਿ ਤੁਹਾਡਾ ਨਾਮ ਕੀ? ਸਰ ਮੇਰਾ ਨਾਮ ਮਾਸਟਰ ਮੁਹੰਮਦ ਅਸਲਮ ਹੈ ਮਾਸਟਰ ਮੁਹੰਮਦ ਅਸਲਮ ਜੀ। ਕੋਟ ਬਖਸ਼ਾ ਸਾਡੇ ਪਿੰਡ ਦਾ ਨਾਮ ਹੈ, ਤਹਿਸੀਲੋ ਜ਼ਿਲ੍ਹਾ ਪਾਕਪਤਨ ਹੈ, ਪੋਸਟ ਆਫਿਸ ਸਾਡਾ ਹੋਤਾ ਹੈ। ਹੁਣ ਤੇ ਸਰ ਕਿੰਨਾ ਕੁ ਪੁਰਾਣਾ ਪਿੰਡ ਹੈ ਇਹ ਸਰ ਸਾਡੇ ਵਾਲਦੈਨ ਦਾਦਾ ਪੜਦਾਦਾ ਲੱਕੜ ਦਾਦਾ ਇੱਥੋਂ ਦੇ ਹੈ, ਇੱਥੋਂ ਦੇ ਰਹਿਸ਼ੀ? ਇੱਥੋਂ ਦੇ ਰਹਿਸ਼ ਜੀ। ਅਸੀਂ ਇੱਥੋਂ ਜਾ ਰਹੇ ਸਾਂ ਤੇ ਇੱਕ ਅਸੀਂ ਬੁਰਜਨੁਮਾ ਕੱਚੀ ਜਿਹੜੀ ਬਿਲਡਿੰਗ ਉਹ ਵੇਖੀ, ਬੜੀ ਉੱਚੀ ਹੈ। ਇਹਦੇ ਬਾਰੇ ਚ ਕੀ ਮਾਲੂਮਾਤ ਹੈ ਤੁਹਾਡੇ ਕੋਲ? ਇਹ ਜੀ ਮਾਲੂਮਾਤ ਹਨ ਸੀਨਾ ਬਸੀਨਾ, ਕੋਈ ਤਾਰੀਖੀ ਜਾਂ ਕਿਸੇ ਕਿਤਾਬ ਵਿੱਚ ਇਹਨਾਂ ਦਾ ਜ਼ਿਕਰ ਕੋਈ ਨਹੀਂ। ਤੇ ਜਿਹੜੀ ਮੇਰੀ ਮਾਲੂਮਾਤ ਹੈ ਮੈਂ ਆਪਣੇ ਇਲਮ ਦੀ ਗੱਲ ਕਰਨਾ, ਬਾਕੀ ਲੋਕਾਂ ਦਾ ਮੈਨੂੰ ਨਹੀਂ ਪਤਾ। ਜਿਹੜਾ ਮੈਂ ਸੁਣਾ ਹੈ ਬਜ਼ੁਰਗਾਂ ਤੋਂ ਜਾਂ ਪੜ੍ਹੇ ਲਿਖੇ ਲੋਕਾਂ ਤੋਂ ਕਿ ਇਹ ਮੁਗਲਿਆ ਦੌਰ ਦੇ ਹਨ ਨੇ। ਇਹ ਮੁਲਤਾਨ ਤੋਂ ਦਿੱਲੀ ਉਹਨਾਂ ਕੋਈ ਸਪਲਾਈ ਲਾਈਨ ਹੈ। ਇਹ ਨਿਗਰਾਨ ਚੌਕੀਆਂ ਆਖਦੇ ਆ ਇਹਨਾਂ ਨੂੰ। ਇੱਥੇ ਇੱਕ ਝੰਡਾ ਲੱਗਾ ਹੋਇਆ ਹੁੰਦਾ, ਇਹ ਚੂँਕਿ ਵੀਰਾਨ ਇਲਾਕਾ ਹੁੰਦਾ, ਜੰਗਲਾਤ ਹੁੰਦੇ ਆ ਸਾਰੇ। ਮੁਲਤਾਨੋਂ ਬੰਦਾ ਚੱਲਦਾ ਘੋੜੇ 'ਤੇ, ਉਹਨੂੰ ਝੰਡਾ ਨਜ਼ਰ ਆਉਂਦਾ ਕਿ ਉੱਥੇ ਸਾਡੀ ਚੌਕੀ ਹੈ। ਉੱਥੋਂ ਆ ਕੇ ਆਪਣੀ ਸਵਾਰੀ ਚੇਂਜ ਕਰਦਾ, ਖਾਣਾ ਛਾਣਾ ਖਾਂਦਾ ਜਾਂ ਆਪ ਵਾਪਸ ਹੋ ਜਾਂਦਾ, ਅਗਲਾ ਬੰਦਾ ਅੱਗੇ ਟੁਰ ਜਾਂਦਾ। ਅਸੀਂ ਇਹਨੂੰ ਸਟੇਸ਼ਨ ਵੀ ਕਿਹਾ ਸੀ ਜੀ ਬਿਲਕੁਲ ਸਟੇਸ਼ਨ। ਤੇ 1988 ਦੇ ਵਿੱਚ ਇੱਥੇ ਆਰਮੀ ਆਈ ਹੈ, ਉਹਨਾਂ ਨੂੰ ਚੈੱਕ ਚੁੱਕ ਕੀਤਾ, ਉਹ ਵਿੱਚ ਵੀ ਉਹਨਾਂ ਨੇ ਲਾਇਆ ਕੋਈ ਆਦਾ ਸਿਸਟਮ। ਉੱਤੋਂ ਵੀ ਉਹਨਾਂ ਪੱਕੀਆਂ ਇੱਟਾਂ ਲਾਤੀਆਂ ਨੇ। ਜਿਹੜੇ ਸਾਈਡ ਤੋਂ ਤੁਸੀਂ ਵੇਖਿਆ ਇੱਕ ਸੁਰਾਖ ਜਿਹਾ, ਇਹ ਵੀ ਆਰਮੀ ਲਾ ਤ ਗਈ ਹੈ। ਤੇ ਉਹਨਾਂ ਨੇ ਆਖਿਆ ਵੀ ਇਹਨੂੰ ਤੁਸੀਂ ਇਹਦੀ ਅਸਲ ਹਾਲਤ 'ਚ ਰਹਿਣ ਦਿਓ,
ਇਹ ਆਪੇ ਡਿੱਗੇ ਤੁਸੀਂ ਇਹਨੂੰ ਢਾਹ ਨਹੀਂ ਸਕਦੇ, ਯਾਨੀ ਹਕੂਮਤ ਹੈ ਪਾਕਿਸਤਾਨ ਦੀ ਮਲਕੀਅਤ ਹੈ। ਅਸੀਂ ਅੱਜ ਕੱਲ ਦੇ ਦੌਰ ਦੇ ਹਿਸਾਬ ਦੇ ਨਾਲ ਇਹਨੂੰ ਪੈਟਰੋਲਿੰਗ ਦੀ ਜਿਵੇਂ ਚੈੱਕ ਪੋਸਟ ਹੈ, ਪੈਟਰੋਲਿੰਗ ਚੈੱਕ ਪੋਸਟ ਵੀ ਕਹਿ ਸਕਦੇ ਹਾਂ, ਚੂँਕਿ ਸਿਸਟਮ ਉਸ ਵਕਤ ਇਸੇ ਕਿਸਮ ਦਾ, ਇਸ ਵਾਸਤੇ ਉਹ ਉਹਨਾਂ ਦੀ ਪੈਟਰੋਲਿੰਗ ਚੈੱਕ ਪੋਸਟ ਜਾਂ ਸਟੇਸ਼ਨ ਨਿਗਰਾਨ ਚੌਕੀ ਜੋ ਵੀ ਤੁਸੀਂ ਆਖ ਲਓ। ਸਹੀ। ਇਹ ਸਿਰਫ ਮੇਰਾ ਇਲਮ ਹੈ, ਬਾਕੀ ਦੇ ਬਾਰੇ ਮੈਂ ਨਹੀਂ ਜਾਣਦਾ। ਜਾਨੀ ਕਿ ਕਿਸੇ ਕਿਤਾਬ ਵਿੱਚ ਤਾਂ ਜ਼ਿਕਰ ਕੋਈ ਨਹੀਂ, ਬੰਦੇ ਨੇ ਕੋਈ ਪੜ੍ਹਿਆ ਹੋਵੇ, ਲੇਕਿਨ ਜਿਹੜੀ ਗੱਲਾਂ ਬਜ਼ੁਰਗਾਂ ਤੋਂ ਸੁਣੀਆਂ ਨੇ ਜਾਂ ਸਿਆਣਿਆਂ ਬੰਦੇ ਤੋਂ ਸੁਣੀਆਂ ਨੇ ਉਹਦੇ ਮੁਤਾਬਕ ਤੁਸੀਂ ਦੱਸ ਰਹੇ ਤੁਸੀਂ ਕਿਸੇ 100 ਸਾਲਾ ਬੰਦੇ ਤੋਂ ਪੁੱਛ ਲਓ ਤਾਂ ਉਹ ਵੀ ਕਹੇਗਾ ਕਿ ਮੇਰੇ ਵਾਲਿਦ ਨੇ ਮੈਨੂੰ ਦੱਸਾ, ਯਾਨੀ ਉਹਨਾਂ ਦੇ ਦੌਰੇ 'ਚ ਵੀ ਹੈ ਸੀ। ਸਹੀ। ਹਾਂਜੀ, ਸਾਰੀ ਯਾਨੀ ਕਿ ਪਿਛਲੇ ਜਿਹੜੇ ਪੁਸ਼ਤਾਂ ਨੇ ਉਹ ਵੀ ਇਹਨੂੰ ਵੇਖਦੀਆਂ ਆ ਰਹੀਆਂ ਨੇ, ਅੱਗੋਂ ਜਿਹੜੇ ਨਵੇਂ ਨੇ ਜੋ ਨੌਜਵਾਨ ਉਹ ਵੀ ਇਹਨੂੰ ਇਸੇ ਹਾਲਤ ਵਿੱਚ ਹੀ ਵੇਖ ਰਹੇ ਨੇ। ਬਿਲਕੁਲ ਬਹੁਤ ਕਦੀਮ ਪਿੰਡ ਹੈ ਕੋਟ ਬਖਸ਼ਾ, ਬੜਾ ਮਸ਼ਹੂਰ ਮਾਰੂਫ ਪਿੰਡ ਹੈ, ਉਹ ਆਮ ਜਿਹਾ ਨਹੀਂ ਹੈ। ਮਤਲਬ ਇਹਦਾ ਬਾਬਾ ਫਰੀਦੁੱਦੀਨ ਦੀ ਵਜ੍ਹਾ ਤੋਂ, ਇਹ ਚਿਸ਼ਤੀਆ ਸਿਲਸਿਲੇ ਦੇ ਲੋਕ ਹਨ ਸਾਰੇ, ਉਹਨਾਂ ਦੀ ਵਜ੍ਹਾ ਤੋਂ ਵੀ ਇਹ ਪਿੰਡ ਮਸ਼ਹੂਰ ਹੈ। ਉਹਨਾਂ ਦੇ ਆਲ ਔਲਾਦ ਉਹ ਇੱਥੋਂ ਦੇ ਸਰਦਾਰ ਵੀ ਹਨ, ਨੰਬਰਦਾਰ ਵੀ ਹਨ, ਜ਼ਿਮੀਦਾਰ ਵੀ ਹਨ। ਮਾਸ਼ਾਅੱਲਾ ਜੀ ਅਸੀਂ ਆਏ ਹਾਂ ਤਾਂ ਸਾਰਾ ਕਾਰਪੇਟ ਰੋਡ ਬਣਿਆ ਹੋਇਆ ਇਸ ਪਿੰਡ ਤੱਕ। ਹਾਂਜੀ ਬਿਲਕੁਲ। ਪਹਿਲੇ ਸਾਰਾ ਐਵੇਂ ਹੀ ਸੀ, ਇੱਥੇ ਦਰਿਆ ਵਗਦਾ ਜਿੱਥੇ ਆਪਾਂ ਸੜਕ ਨਹੀਂ, ਇਹ ਦਰਿਆ ਦੀ ਗੁਜ਼ਰਗਾਹ ਹੈ। ਇਹ ਪਹਿਲੇ ਪਾਸੋਂ ਆ ਤੇ ਅੱਗੇ ਦਰਿਆ ਸਤਲੁਜ ਦਾ ਇਲਾਕਾ ਜੀ, ਸਤਲੁਜ ਅਸੀਂ ਇੱਥੇ ਵਗਦਾ ਵੇਖਿਆ। ਜਦੋਂ ਸੈਲਾਬ ਆਉਣਾ ਥੋੜ੍ਹਾ ਜਿਹਾ ਵੀ ਇੱਥੇ ਪਾਣੀ ਆ ਜਾਂਦਾ। ਜੀ ਨਾਜ਼ਰੀਨ, ਤੁਸੀਂ ਮਾਸਟਰ ਅਸਲਮ ਸਾਹਿਬ ਦੀ ਗੱਲਬਾਤ ਸੁਣੀ, ਕੋਟ ਬਖਸ਼ੇ ਦੇ ਰੈਸ਼ੀ ਨੇ, ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਬੁਰਜ ਹੈ ਇਹਨੂੰ ਤੁਸੀਂ ਕਹਿ ਸਕਦੇ ਜੇ ਕਿ ਪੋਸਟ ਸੀ ਇੱਕ ਪੁਰਾਣੇ ਦੌਰ ਦੀ, ਜਦੋਂ ਮੁਗਲਿਆ ਦੌਰ ਦੀ, ਜਦੋਂ ਲੋਕ ਦਿੱਲੀ ਦੇ ਵਿੱਚ ਚੱਲਦੇ ਸਨ, ਹਕੂਮਤਾਂ ਦੇ ਨੁਮਾਇੰਦੇ ਆਪਣੇ ਨੂੰ ਭੇਜਦੇ ਸਨ ਮੁਲਤਾਨ ਤੋਂ ਦਿੱਲੀ, ਤੇ ਉਹ ਆ ਕੇ ਇੱਥੇ ਸਟੇ ਕਰਦੇ ਸਨ। ਇੱਥੇ ਸਟੇ ਕਰਨ ਤੋਂ ਬਾਅਦ ਉਹਨਾਂ ਨੂੰ ਅੱਗੇ ਜਿਹੜਾ ਆਰਡਰ ਹੁੰਦਾ ਸੀ ਉਸ ਆਰਡਰ 'ਤੇ ਉਹ ਚੱਲਦੇ ਸਨ। ਤੇ ਸਾਡੇ ਨਾਲ ਹੋਰ ਵੀ ਇੱਕ ਦੋਸਤ ਮੌਜੂਦ ਨੇ, ਤੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਤੇ ਜਾਣਨੇ ਆ ਇਸ ਬੁਰਜ ਦੇ ਹਵਾਲੇ ਨਾਲ ਜਿਹੜਾ ਬਹੁਤ ਹੀ ਕਦੀਮੀ ਹੈ। ਅਸਲਾਮ ਵਾਲੇਕਮ ਜੀ। ਜੀ ਵਾਲੇਕੁਮ ਅਸਲਾਮ। ਕੀ ਨਾਮ ਹੈ ਭਾਈ ਜੀ ਤੁਹਾਡਾ? ਸੈਯਦ ਮਜ਼ਹਰ ਹੁਸੈਨ। ਸੈਯਦ ਮਜ਼ਹਰ ਹੁਸੈਨ ਸ਼ਾਹ ਸਾਹਿਬ ਜੀ। ਸਾਰੇ ਇੱਥੋਂ ਦੇ ਰਹਿਸ਼ੀ ਹੈ? ਜੀ ਇਹ ਤੋਂ ਸਾਰਾ ਜਿਹੜਾ ਬੁਰਜ ਹੈ ਕੱਚਾ, ਇਹਦੇ ਬਾਰੇ 'ਚ ਕੀ ਮਾਲੂਮਾਤ ਹੈ ਤੁਹਾਡੇ ਕੋਲ? ਇਹ ਜੋ ਜਿਹੜਾ ਤੁਹਾਨੂੰ ਕੁਝ ਮਾਸਟਰ ਸਾਹਿਬ ਨੇ ਦੱਸਿਆ ਹੈ ਉਹ ਕੁਝ ਹੋਰ ਦੱਸਦੇ ਨੇ, ਮੇਰੇ ਜ਼ਿਹਨ 'ਚ ਕੁਝ ਹੋਰ ਹੈ। ਅੱਛਾ, ਤੁਸੀਂ ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਤੁਸੀਂ ਉਹ ਦੱਸ ਦਿਓ, ਕਿਉਂਕਿ ਹਰ ਬੰਦੇ ਨੇ ਆਪਣੀ ਮਾਲੂਮਾਤ ਦੇ ਮੁਤਾਬਕ ਹੀ ਦੱਸਣਾ ਹੁੰਦਾ। ਮਤਲਬ ਇਹਦੇ 'ਚ ਇਹ ਚੀਜ਼ ਵੀ ਦੱਸੀ ਜਾਂਦੀ ਹੈ ਵੀ ਇਹਦੇ 'ਚ ਮਤਲਬ ਥੱਲੇ ਸੁਰੰਗਾਂ ਇੰਡੀਆ ਵਗੈਰਾ ਜਾਂ ਕਿੱਥੇ ਅੱਗੇ ਪਿੱਛੇ ਜਾਂਦੀਆਂ ਨੇ। ਫਿਰ ਇਹ ਦੱਸਿਆ ਜਾਂਦਾ ਵੀ ਇਹਦੇ 'ਤੇ ਮਤਲਬ ਖਜ਼ਾਨਾ ਹੈ ਥੱਲੇ। ਕੁਝ ਉਹ ਲੋਕ ਕਹਿੰਦੇ ਨੇ ਵੀ ਇਹਦੇ ਵਿੱਚ ਮਤਲਬ ਬੰਦੇ ਸੁੱਟ ਕੇ ਸਜ਼ਾਵਾਂ ਦਿੰਦੇ ਸਨ। ਠੀਕ ਹੋ ਗਿਆ। ਫਿਰ ਇਹ ਵੀ ਦੱਸਿਆ ਜਾਂਦਾ ਵੀ ਪਹਿਲੇ ਜਿਸ ਬੂਟੇ ਵਗੈਰਾ ਤੇ ਰਸਤੇ ਨਹੀਂ ਹੁੰਦੇ ਸਨ, ਉਹਦੀ ਵਜ੍ਹਾ ਤੋਂ ਮਿਸਾਲ ਦੇ ਤੌਰ 'ਤੇ ਰਾਤ ਨੂੰ ਇਹਦੇ 'ਤੇ ਅੱਗ ਬਾਲਦੇ ਆ ਤੇ ਦੂਰ ਦੂਰ ਤੱਕ ਨਜ਼ਰ ਆਉਂਦਾ ਸੀ ਕਿ ਭਈ ਇਹ ਮਤਲਬ ਹੈ ਕਿ ਨਾ ਫਲਾਂ ਜਗ੍ਹਾ ਹੈ, ਵੀ ਇਹ ਰਸਤਾ ਅਖਤਿਆਰ ਕਰੀਏ ਤਾਂ ਉਸ ਜਗ੍ਹਾ 'ਤੇ ਪਹੁੰਚ ਜਾਸਾਂ। ਦਿਨੇ ਸ਼ੀਸ਼ਾ ਲੱਗਦਾ ਸੀ ਵੀ ਸੂਰਜ ਦੀ ਮਤਲਬ ਹੈ ਕਿ ਚਮਕ ਵਜਣੀ ਤੇ ਪਤਾ ਲੱਗਣਾ ਕਿ ਫਲਾਂ ਜਗ੍ਹਾ ਹੈ। ਮੁਖਤਲਿਫ ਰਵਾਇਤਾਂ ਨੇ ਤੇ ਮਾਸਟਰ ਸਾਹਿਬ ਕੁਝ ਹੋਰ ਕਹਿੰਦੇ ਨੇ, ਇਹ ਹੁਣ ਅੱਲਾ ਬਿਹਤਰ ਜਾਣਦਾ ਕਿ ਅਸਲ ਇਹ ਕੀ ਚੀਜ਼ ਹੈ। ਨਹੀਂ, ਅਸਲ 'ਚ ਗੱਲ ਇਹ ਕਿ ਮਾਸਟਰ ਸਾਹਿਬ ਨੇ ਦੱਸਿਆ ਹੈ ਕਿ ਜਿਹੜਾ ਉਹਨਾਂ ਨੂੰ ਮਾਲੂਮ ਸੀ, ਜਿਹੜਾ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ, ਉਹ ਤੁਸੀਂ ਦੱਸ ਰਹੇ ਜੀ। ਹਰ ਬੰਦੇ ਨੇ ਆਪਣੀ ਮਾਲੂਮਾਤ ਦੇ ਮੁਤਾਬਕ ਦੱਸਣਾ ਹੁੰਦਾ। ਤੇ ਤੁਹਾਡੇ ਨਾਲ ਗੱਲ ਕਰਨ ਤੋਂ ਸਾਨੂੰ ਹੋਰ ਜਿਹੜੀ ਇਨਫੋਰਮੇਸ਼ਨ ਮਿਲੀ, ਸਨ 1995 ਦੇ ਵਿੱਚ ਫੌਜ ਆਈ ਸੀ ਇੱਥੇ। ਇਹ ਸਾਰਾ ਏਰੀਆ ਉਹਨੇ ਕੰਟਰੋਲ ਕੀਤਾ ਹੋਇਆ ਸੀ। ਠੀਕ ਹੋ ਗਿਆ। ਉਹਦੇ ਵਿੱਚ ਇਹ ਵੀ ਜਿਹੜੀ ਉੱਤੇ ਸੀਮਨ ਨਾਲੇ ਦੀ ਉਹ ਸੁਰੰਗ ਥੱਲੇ ਆ ਰਹੀ ਨਾ ਪੌੜੀਆਂ ਜਿਹਦੇ ਤੋਂ ਉਹ ਬੰਦ ਕਰ ਗਈ ਸੀ। ਠੀਕ ਹੈ। ਫਿਰ ਇੱਕ ਥੱਲੇ ਸਾਈਡ ਤੇ ਡਾਟ ਬਣੀ ਹੋਈ ਹੈ ਜਿੱਥੋਂ ਵੀ ਸੁਰੰਗ ਅੰਦਰ ਜਾਂਦੀ ਹੈ। 1995 ਦੇ ਵਿੱਚ ਫੌਜ ਬੰਦ ਕਰ ਗਈ ਹੈ। ਤਕਰੀਬਨ ਹਫ਼ਤਾ ਇੱਥੇ ਰਹੀ ਹੈ ਰਾਉਂਡ ਅਬਾਊਟ। ਹੋ ਸਕਦਾ ਇਹਦੇ ਵਿੱਚ ਕੋਈ ਸੀ ਜਾਂ ਜੋ ਵੀ ਮਾਮਲਾ ਸੀ ਉਹਨਾਂ ਨੂੰ ਪਤਾ ਹੈ। ਉਹਨਾਂ ਕੋਲ ਪੁੱਛਿਆ ਗਿਆ ਕਿ ਇਹ ਕੀ ਮਾਮਲਾ ਹੈ, ਕੀ ਚੀਜ਼ ਹੈ। ਉਹਨਾਂ ਕਿਹਾ ਸੀ ਤੁਹਾਡੇ ਕੰਮ 'ਚ ਕਦੇ ਦਖਲ ਅੰਦਾਜ਼ੀ ਕੀਤੀ ਜਿਹੜਾ ਤੁਸੀਂ ਸਾਡੇ ਕੰਮ 'ਚ ਕਰਦੇ ਪਏ ਔਰ ਖੁਦਾ ਬਿਹਤਰ ਜਾਣਦਾ ਹੈ ਕਿ ਕੀ ਚੀਜ਼ ਸੀ। 1995 'ਚ 8-10 ਦਿਨ ਉਹ ਇੱਥੇ ਰਹਿ ਕੇ ਗਏ ਨੇ। ਉਹ ਤੁਸੀਂ ਸੀਮਨ ਨਾਲ ਬੰਦ ਹੋਇਆ ਇਹ ਉਹ ਸਾਰਾ ਕੁਝ ਉਹਨਾਂ ਕੀਤਾ। ਸਹੀ ਜੀ। ਨਾਜ਼ਰੀਨ, ਅਸੀਂ ਅੱਜ ਤੁਹਾਨੂੰ ਵਿਖਾਇਆ ਕੋਟ ਬਖਸ਼ਾ ਜਿਹੜਾ ਜ਼ਿਲ੍ਹਾ ਪਾਕਪਤਨ ਦਾ ਇਲਾਕਾ ਹੈ ਤੇ ਦਰਿਆ ਸਤਲੁਜ ਦੇ ਨਾਲ ਵਾਕਿਆ ਹੈ। ਤੇ ਅਸੀਂ ਇੱਥੋਂ ਗੁਜ਼ਰ ਰਹੇ ਸਾਂ ਤੇ ਅਸੀਂ ਇੱਕ ਬੁਰਜ ਵੇਖਿਆ ਤੇ ਉਸ ਬੁਰਜ ਦੀ ਜਿਹੜੀ ਮਾਲੂਮਾਤ ਹੈ ਇੱਥੋਂ ਦੇ ਰਹਿਸ਼ੀਆਂ ਕੋਲੋਂ ਲਈ, ਜਿਹੜੀ ਤੁਸੀਂ ਸੁਣੀ, ਤੇ ਇਹਦੇ ਬਾਰੇ 'ਚ ਮੁਖਤਲਿਫ ਰਾਏ ਹੈ ਕਿ ਇਹਦਾ ਜ਼ਿਕਰ ਕਿਤਾਬਾਂ ਵਿੱਚ ਤੇ ਨਹੀਂ ਹੈ, ਲੇਕਿਨ ਮੁਗਲਿਆ ਦੌਰ ਦਾ ਇਹ ਹੈਗਾ ਤੇ ਕੱਚੀਆਂ ਇੱਟਾਂ ਦਾ ਬਣਿਆ ਹੋਇਆ ਤੇ ਅੱਜ ਵੀ ਆਪਣੀ ਅਸਲ ਹਾਲਤ ਦੇ ਵਿੱਚ ਮੌਜੂਦ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹਨੂੰ ਤੁਸੀਂ ਚੈੱਕ ਪੋਸਟ ਵੀ ਕਹਿ ਸਕਦੇ ਜੇ, ਤੇ ਇਹਨੂੰ ਆਪਣਾ ਇੱਕ ਦੂਸਰੀ ਜਿਹੜੀ ਰਾਏ ਹੈ ਭਾਈ ਮਜ਼ਹਰ ਸਾਹਿਬ ਦੀ ਤੁਸੀਂ ਸੁਣੀ, ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਸੀ ਨਾ, ਇਹ ਇੱਕ ਉੱਚੀ ਜਿਹੜੀ ਬੁਰਜ ਹੈ ਇਹ ਬਣਾਇਆ ਗਿਆ ਸੀ ਇਸ ਵਾਸਤੇ ਕਿ ਰਾਤ ਨੂੰ ਲੋਕਾਂ ਨੂੰ ਦੂਰੋਂ ਜਦੋਂ ਇਹਦੇ ਉੱਤੇ ਅੱਗ ਬਾਲੀ ਜਾਂਦੀ ਸੀ ਤੇ ਪਤਾ ਚੱਲਦਾ ਸੀ ਕਿ ਇੱਥੋਂ ਅੱਗੇ ਕਿਸੇ ਪਾਸੇ ਜਾਣਾ ਹੈ। ਮੁਖਤਲਿਫ ਚੀਜ਼ਾਂ ਨੇ, ਮੁਖਤਲਿਫ ਰਾਏ ਨੇ, ਤੇ ਜਿਹੜੇ ਪੁਰਾਣੇ ਬੰਦੇ ਸਨ ਉਹ ਇਸ ਦੇ ਬਾਰੇ ਵਿੱਚ ਜ਼ਿਆਦਾ ਬਿਹਤਰ ਜਾਣਦੇ ਸਨ।
ਹੁਣ ਅੱਜ ਕੱਲ੍ਹ ਜਿਹੜੀ ਆਪਣਾ ਨਵੀਂ ਜਨਰੇਸ਼ਨ ਹੈ ਤੇ ਉਹਨਾਂ ਨੇ ਤੇ ਉਹੀ ਗੱਲ ਕਰਨੀ ਹੈ ਜਿਹੜੀ ਆਪਣੇ ਬਜ਼ੁਰਗਾਂ ਕੋਲ ਸੁਣੀ ਹੈ। ਤੁਸੀਂ ਵੇਖਿਆ ਅੱਜ ਕੋਟ ਬਖਸ਼ਾ ਤੇ ਉਹਦੇ ਵਿੱਚ ਜਿਹੜਾ ਬੁਰਜ ਹੈ ਉਹਨੂੰ, ਤੇ ਉਮੀਦ ਹੈ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਸਾਨੂੰ ਦਿਓ ਇਜਾਜ਼ਤ। ਅਲੀ ਅਸਗਰ ਡੁੱਡੀ, ਰਾਈਟਵੇ ਪਾਕਿਸਤਾਨ, ਡਿਸਟ੍ਰਿਕਟ ਪਾਕਪਤਨ।